This is Sherry Punjab Radio, AM 600, Vancouver. दादूवाल साहब, वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह जी। दादूवाल साहब, सानू ये जानकारी दिओ कि कल तुहाडे ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਸੀ ਬਹੁਤ ਵੱਡੀ, ਔਰ ਇਹ ਮੰਨਿਆ ਜਾ ਰਿਹਾ ਕਿ ਤੁਸੀਂ ਜਿਹੜੇ ਯੰਗਸਟਰਸ ਨੇ, ਨੌਜਵਾਨ ਨੇ, ਉਹਨਾਂ ਦੇ ਵਾਸਤੇ ਇਹ ਇੱਕ ਐਲਾਨ ਕੀਤਾ, ਉਹਨਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਦਰਅਸਲ ਤੁਸੀਂ ਆਪਣੇ ਵੱਲੋਂ ਕੀ ਕਿਹਾ ਜੀ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਦੇ ਅੰਦਰ ਜਿਹੜੀਆਂ ਪੰਜਾਬ ਦੇ ਅੰਦਰ ਘਟਨਾਵਾਂ ਵਾਪਰੀਆਂ ਨੇ ਨਾ, ਪਹਿਲਾਂ ਤਾਂ ਜਿਹੜੀਆਂ ਗੈਂਗਸਟਰ ਕਰਕੇ ਵਾਪਰੀਆਂ ਨੇ, ਨੌਜਵਾਨ ਸੰਦੀਪ ਨੰਗਲੰਬੀਆ ਮੁੰਡਾ ਜਿਹੜਾ ਸੀ ਉਹ ਕਬੱਡੀ ਦਾ ਖਿਡਾਰੀ ਮਾਰ ਦਿੱਤਾ। ਉਸ ਤੋਂ ਬਾਅਦ ਸਿੱਧੂ ਮੂਸੇ ਵਾਲਾ ਪੰਜਾਬੀ ਗਾਇਕ ਸੀ, ਉਹ ਮਾਰ ਦਿੱਤਾ। ਤਾਂ ਮੈਂ ਉਸਦੇ ਭੋਗ ਤੇ ਵੀ ਐਲਾਨ ਕੀਤਾ ਸੀਗਾ ਕਿ ਜਿਹੜੇ ਨੌਜਵਾਨ ਨੇ ਉਹ ਮਾਰ ਧਾੜ ਦਾ, ਫਰੌਤੀਆਂ ਦਾ ਰਾਹ ਛੱਡ ਕੇ ਤੇ ਆਪਣੇ ਦੇਸ਼ ਕੌਮ ਧਰਮ ਦੀ ਸੇਵਾ ਵਾਲੇ ਪਾਸੇ ਆਉਣ, ਆਪਣੇ ਪਰਿਵਾਰਾਂ ਦਾ ਖਿਆਲ ਕਰਨ। ਤੇ ਸਰਕਾਰਾਂ ਨੂੰ ਵੀ ਮੈਂ ਅਪੀਲ ਕੀਤੀ ਸੀ ਕਿ ਸਰਕਾਰਾਂ ਇਹਨਾਂ ਨੌਜਵਾਨਾਂ ਨੂੰ ਘਰ ਵਾਪਸੀ ਦਾ ਰਾਹ ਦੇਣ। ਇਹਨਾਂ ਦੇ ਜਿਹੜੇ ਪਿਛਲੇ ਸਮੇਂ ਦੇ ਅੰਦਰ ਜਿਹੜੇ ਗੁਨਾਹ ਕੀਤੇ, ਉਹਨਾਂ ਗੁਨਾਹਾਂ ਨੂੰ ਜਿਹੜਾ ਹੈਗਾ ਹੁਕਮੀ ਤਰੀਕੇ ਪ੍ਰਕਿਰਿਆ ਚੋਂ ਕੱਢ ਕੇ ਇਹਨਾਂ ਨੂੰ ਘਰ ਵਾਪਸੀ ਦਾ ਰਾਹ ਦਿੱਤਾ ਜਾਵੇ। ਇਹਨਾਂ ਦੇ ਐਨਕਾਊਂਟਰ ਕਰਨੇ, ਇਹਨਾਂ ਨੂੰ ਮਾਰ ਮੁਕਾਉਣਾ ਕੋਈ ਇਸ ਮਸਲੇ ਦਾ ਹੱਲ ਨਹੀਂ ਹੈ। ਉਸੇ ਸੰਦਰਭ ਦੇ ਵਿੱਚ ਹੀ ਮੈਂ ਇੱਕ ਜਿਹੜੀ ਅਪੀਲ ਕੀਤੀ ਸੀ, ਜਿਹੜੀ ਕਿ ਨੌਜਵਾਨਾਂ ਦੇ ਵਾਸਤੇ ਖਾਸ ਕਰਕੇ ਜਿਹੜੀ ਅਪੀਲ ਆਈ ਸੀ ਵਿਦੇਸ਼ ਦੇ ਵਿੱਚੋਂ ਕਿ ਤਿਰੰਗੇ ਨੂੰ ਥਾਂ ਥਾਂ ਤੇ ਸਾੜਿਆ ਜਾਵੇ ਤੇ $1.25 ਲੱਖ ਜਿਹੜਾ ਹੈਗਾ ਉਹ ਇਨਾਮ ਦਿੱਤਾ ਜਾਊਗਾ, ਜਿਹੜੀ ਪੰਨੂ ਦੇ ਵੱਲੋਂ ਅਪੀਲ ਕੀਤੀ ਗਈ ਸੀ। ਤਾਂ ਮੈਂ ਉਸਦੇ ਸੰਦਰਭ ਵਿੱਚ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਨਾ ਆਉਣ, ਕਿਉਂਕਿ ਭਾਰਤ ਦੇਸ਼ ਦਾ ਤਿਰੰਗਾ ਝੰਡਾ ਤੇ ਭਾਰਤ ਦੇ ਵਿੱਚ ਜਿਹੜੇ ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਜਾਂ MLA, MP ਜਾਂ SP, DC ਉਹ ਥਾਂ ਥਾਂ ਤੇ ਲਹਿਰਾਉਂਦੇ ਆ। ਤੇ ਉਹਨਾਂ ਨੇ ਜਿਹੜਾ ਹੈ ਸਕੂਲਾਂ ਕਾਲਜਾਂ ਦੇ ਵਿੱਚ ਵੀ ਭਾਰਤ ਦਾ ਝੰਡਾ ਭਾਰਤ 'ਚ ਲਹਿਰਾਇਆ ਜਾਂਦਾ। ਭਾਰਤ ਦੀਆਂ ਐਮਬੈਸੀਆਂ ਜਿਹੜੀਆਂ ਵਿਦੇਸ਼ਾਂ ਦੇ ਅੰਦਰ ਆ, ਉਹਨਾਂ ਐਮਬੈਸੀਆਂ ਦੇ ਉੱਤੇ ਵੀ ਲਹਿਰਾਇਆ ਜਾਂਦਾ ਕਿ ਤੁਸੀਂ ਕੋਈ ਵੀ ਨੌਜਵਾਨ ਜਿਹੜਾ ਇਸ ਰਾਹ ਤੇ ਨਾ ਜਾਵੇ। ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਕੀ ਹੋਇਆ ਕਿ ਬਹੁਤ ਸਾਰੇ ਨੌਜਵਾਨਾਂ ਦੇ 2020 ਦੇ ਰੈਫਰੈਂਡਮ ਦੇ ਜਿਹੜੇ ਕੇਸ ਆ ਉਹ ਪਾਏ ਗਏ, ਔਰ ਇਸੇ ਤਰੀਕੇ ਦੇ ਝੰਡਾ ਜਿਹੜਾ ਲਹਿਰਾਉਣ ਦੇ ਕੇਸ ਆ ਉਹ ਪਾਏ ਗਏ ਤੇ ਉਹਨਾਂ ਪਰਿਵਾਰਾਂ ਨੇ ਮੇਰੇ ਤੱਕ ਪਹੁੰਚ ਕੀਤੀ ਤਾਂ ਉਹਨਾਂ ਦੀਆਂ ਜ਼ਮਾਨਤਾਂ ਵੀ ਕਿਸੇ ਨੇ ਨਹੀਂ ਕਰਾਈਆਂ। ਇਨਾਮ ਦੇਣੇ ਤਾਂ ਦੂਰ ਦੀ ਗੱਲ ਸੀਗੀ। ਬਾਕੀ ਮੈਂ ਸਮਝਦਾ ਕਿ ਲਾਲਚ ਦੇ ਕੇ ਨੌਜਵਾਨਾਂ ਨੂੰ ਭਟਕਾਉਣ ਵਾਲੀ ਗੱਲ ਆ। ਜੇ ਕਿਸੇ ਕੋਲੇ ਪੈਸੇ ਨੇ, ਪੰਜਾਬ ਹਰਿਆਣੇ ਦੇ ਨੌਜਵਾਨਾਂ ਦਾ ਕਿਸੇ ਨੂੰ ਫਿਕਰ ਆ, ਜਾਂ ਹਿਮਾਚਲ ਦੇ ਨੌਜਵਾਨਾਂ ਜਾਂ ਭਾਰਤ 'ਚ ਵੱਸਦੇ ਨੌਜਵਾਨਾਂ ਦਾ, ਤੇ ਉਹਨਾਂ ਵਾਸਤੇ ਰੁਜ਼ਗਾਰ ਖੋਲ੍ਹਣਾ ਚਾਹੀਦਾ। ਉਹਨਾਂ ਲਈ ਵਿੱਦਿਆ ਦੇ ਸੋਰਸ ਪੈਦਾ ਕਰਨੇ ਚਾਹੀਦੇ, ਰੁਜ਼ਗਾਰ ਦੇ ਸੋਰਸ ਪੈਦਾ ਕਰਨੇ ਚਾਹੀਦੇ ਆ, ਨਾ ਕਿ ਉਹਨਾਂ ਕੋਲ ਝੰਡੇ ਛੜਵਾ ਕੇ ਮੁੜ ਕੇ ਮੁਕੱਦਮੇ ਪਵਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਧੱਕਣਾ ਚਾਹੀਦਾ। ਔਰ ਖਾਸ ਕਰਕੇ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ, ਮੈਂ ਇੱਕ ਸਿੱਖ ਸੰਸਥਾ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ, ਕਿ ਜਿਹੜੇ ਸਾਡੇ ਸਿੱਖ ਨੌਜਵਾਨ ਨੇ, ਖਾਸ ਕਰਕੇ ਅੰਮ੍ਰਿਤਧਾਰੀ ਸਾਬਤ ਸੂਰਤ ਜਿਹੜੇ ਨਿਤਨੇਮੀ ਆ, ਦਮਾਲੇ ਸਜਾਉਂਦੇ ਆ, ਜਿਨ੍ਹਾਂ ਦੀ ਸੁਰੱਖਿਆ ਦੀ ਸਾਡੀ ਵੱਡੀ ਜ਼ਿੰਮੇਵਾਰੀ ਆ। ਹੋ ਕੀ ਰਿਹਾ, ਜਿਹੜੇ ਪਤਤ ਨੇ ਉਹਨਾਂ ਦੇ ਵੀਜ਼ੇ ਲੱਗ ਗਏ, ਉਹ ਬਾਹਰ ਅੰਦਰ ਚਲੇ ਗਏ ਕਾਰੋਬਾਰ ਕਰਦੇ। ਜਿਹੜੇ ਸਾਡੇ ਸਿੱਖ ਨੌਜਵਾਨ ਅੰਮ੍ਰਿਤਧਾਰੀ ਸੀ, ਜਿਨ੍ਹਾਂ ਨੇ ਗਾਂ ਸਿੱਖੀ ਨੂੰ ਵਧਾਉਣਾ ਸੀ, ਉਹਨਾਂ ਦੇ ਅਸੀਂ ਪਰਚੇ ਪਵਾਤੇ ਤੇ ਉਹਨਾਂ ਨੂੰ ਅੰਦਰ ਕਰਾਤਾ। ਸੋ ਇਸ ਕਾਰਨ ਕਰਕੇ ਮੈਂ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ ਨੌਜਵਾਨ ਜਿਹੜੇ ਆ ਇਸ ਰਾਹ ਤੇ ਨਾ ਚੱਲਣ। ਤੇ ਨਾਲ ਹੀ ਮੈਂ ਅਪੀਲ ਕੀਤੀ ਸੀਗੀ ਕਿ ਜਿਹੜੇ ਵੀਰ ਏਦਾਂ ਦੀਆਂ ਗੱਲਾਂ ਕਰਦੇ ਉਹ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ। ਜੇ ਉਹਨਾਂ ਨੇ ਕੁਛ ਕਰਨਾ, ਝੰਡਾ ਸਾੜਨਾ, ਖੁਦ ਆ ਕੇ ਸਾੜ ਲੈਣ, ਜਾਂ ਵਿਦੇਸ਼ਾਂ ਦੀਆਂ ਐਮਬੈਸੀਆਂ ਦੇ ਮੂਹਰੇ ਵੀ ਝੰਡੇ ਲੱਗੇ ਆ, ਉੱਥੇ ਸਾੜ ਕੇ ਉਹ ਦੇਖ ਲੈਣ। ਉਹ ਦੂਜੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੀਆਂ ਅਪੀਲਾਂ ਕਿਉਂ ਕਰਦੇ ਆ ਕਿ ਲੋਕਾਂ ਦੇ ਮਾਵਾਂ ਦੇ ਪੁੱਤ ਜਿਹੜੇ ਜੇਲ੍ਹਾਂ। ਮੈਂ ਤੁਹਾਨੂੰ ਦੱਸਦਾ ਕਿ ਪਹਿਲਾਂ ਦੇ ਪਰਿਵਾਰਾਂ ਦੀ ਗੱਲ, ਅੱਜ ਹੀ 1 ਘੰਟਾ ਪਹਿਲਾਂ ਮੈਨੂੰ ਸੰਗਰੂਰ ਤੋਂ ਕਿਸੇ ਬੀਬੀ ਦਾ ਫੋਨ ਆਇਆ ਮੇਰੇ ਫੋਨ ਤੇ। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਕੰਧਾਂ ਦੇ ਉੱਤੇ ਜਿਹੜਾ ਸਲੋਗਨ ਲਿਖੇ ਜਾਂਦੇ ਆ ਤੇ ਉਹਦਾ ਪਰਚਾ ਹੋ ਜਾਂਦਾ ਖਾਲਿਸਤਾਨ ਦਾ, ਇਹਦੀ ਜ਼ਮਾਨਤ ਕਿੰਨੇ ਕੁ ਚਿਰ 'ਚ ਹੋ ਜਾਂਦੀ ਆ। ਮੈਂ ਥੋੜਾ ਬਿਜੀ ਸੀਗਾ, ਮੈਂ ਕਿਹਾ ਬੀਬਾ ਜੀ ਕੀ ਗੱਲ, ਕੀ ਜ਼ਰੂਰਤ? ਕਹਿੰਦੇ ਜੀ ਸਾਡਾ ਬੱਚਾ ਇਸ ਕੇਸ ਦੇ ਵਿੱਚ ਫਸਿਆ ਤੇ ਉਹਦੀ ਜ਼ਮਾਨਤ ਨਹੀਂ ਹੋ ਰਹੀ ਹੈ, ਜ਼ਮਾਨਤ ਕਿੰਨੇ ਕੁ ਚਿਰ 'ਚ ਹੋ ਸਕਦੀ ਹੈ? ਤੇ ਮੈਂ ਕਿਹਾ ਮੈਂ ਥੋੜਾ ਰੁਕ ਕੇ ਗੱਲ ਕਰਦਾ। ਮੈਂ ਬਿਜੀ ਸੀਗਾ ਉਸ ਵੇਲੇ, ਮੈਂ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀਗਾ, ਆਪਣੇ ਗੁਰਦੁਆਰਾ ਸਾਹਿਬ ਦੇ ਅੰਦਰ ਸੰਧਿਆ ਵੇਲੇ, ਰਹਿਰਾਸ ਸਾਹਿਬ ਵੇਲੇ। ਤਾਂ ਮੇਰੀ ਅਜੇ ਬਾਅਦ 'ਚ ਗੱਲ ਨਹੀਂ ਹੋਈ, ਸੰਗਤਾਂ ਮਿਲਣ ਵਾਲੀਆਂ ਆ ਗਈਆਂ ਤਾਂ ਮੈਂ ਉਹਨਾਂ ਕੋਲੇ ਬੈਠ ਗਿਆ ਸੀ। ਉਹ ਵੀ ਮੇਰੇ ਕੋਲੋਂ ਇਹ ਪੁੱਛ ਰਹੇ ਸੀਗੇ ਕਿ ਕਿਸ ਤਰ੍ਹਾਂ ਹੋ ਸਕਦੀ, ਅਸੀਂ ਬੜੇ ਤਕਲੀਫ 'ਚ, ਬੜੀ ਮੁਸ਼ਕਲ ਦੇ ਵਿੱਚ ਆ। ਸੋ ਬਹੁਤ ਸਾਰੇ ਨੌਜਵਾਨ ਜਿਹੜੇ ਜੇਲ੍ਹਾਂ 'ਚ ਪਿਛਲੇ ਸਮੇਂ 'ਚੋਂ, ਹੁਸ਼ਿਆਰਪੁਰ, ਖਡੂਰ ਸਾਹਿਬ, ਮੇਰੇ ਸਿਰਸਾ ਤੋਂ ਜਿਹੜੇ ਜੇਲ੍ਹਾਂ 'ਚ ਬੈਠੇ, ਜਿਨ੍ਹਾਂ ਦੀਆਂ ਜ਼ਮਾਨਤਾਂ ਵੀ ਨਹੀਂ ਹੋਈਆਂ, ਕਈ ਸਾਲ ਹੋ ਗਏ ਆ,
ਅੱਜ ਮੈਨੂੰ ਆਪਣਾ ਹੁਸ਼ਿਆਰਪੁਰ ਵਾਲੇ ਪਾਸੇ ਤੋਂ ਫੋਨ ਆ ਰਿਹਾ ਸੀਗਾ, ਉਹ ਕਹਿੰਦੇ 3 ਸਾਲ ਹੋ ਜਾਣੇ ਆ ਸ਼ਾਇਦ ਨਵੰਬਰ ਦੇ ਵਿੱਚ ਕਿ ਸਾਡੇ ਬੱਚੇ ਨੂੰ ਜੇਲ੍ਹ ਦੇ ਵਿੱਚ ਬੈਠਾ ਉਹਦੀ ਜ਼ਮਾਨਤ ਨਹੀਂ ਹੋ ਰਹੀ। ਹਾਈ ਕੋਰਟ 'ਚ ਜ਼ਮਾਨਤ ਲਾਈ ਆ, ਉੱਥੇ ਜਾ ਕੇ ਵੀ ਪੁਲਿਸ ਨੇ ਉਹ ਜ਼ਮਾਨਤ ਨੂੰ ਕੰਡੈਮ ਕਰਤਾ, ਉਹ ਵੀ ਇਸ ਕੇਸ ਦੇ ਵਿੱਚ ਫਸਿਆ ਹੋਇਆ। ਸੋ ਨੌਜਵਾਨਾਂ ਦਾ ਭਵਿੱਖ ਤਬਾਹ ਹੁੰਦਾ ਇਸ ਤਰ੍ਹਾਂ ਦੀਆਂ ਗੱਲਾਂ ਨਾਲ, ਜਿਹੜੀਆਂ ਗੱਲਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੀਤੀਆਂ ਜਾਂਦੀਆਂ। ਸੋ ਮੈਂ ਨੌਜਵਾਨਾਂ ਨੂੰ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਅਪੀਲ ਕੀਤੀ ਕਿ ਨੌਜਵਾਨ ਕਿਸੇ ਤਰ੍ਹਾਂ ਦੇ ਲਾਲਚ 'ਚ ਨਾ ਆਉਣ, ਕਿਸੇ ਤਰ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਵਿੱਚ ਨਾ ਆਉਣ, ਆਪਣੀ ਪੜ੍ਹਾਈ ਕਰਨ, ਨੌਕਰੀਆਂ ਲੱਭਣੇ, ਘਰ ਪਰਿਵਾਰ, ਦੇਸ਼ ਕੌਮ, ਧਰਮ ਦੀ ਸੇਵਾ ਵਾਲੇ ਪਾਸੇ ਖਿਆਲ ਕਰਨ, ਕਿਸੇ ਦੀਆਂ ਭੜਕਾਊ ਗੱਲਾਂ 'ਚ ਆ ਕੇ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਨਾ ਦੇਣ ਕਿ ਉਹਨਾਂ ਦਾ ਭਵਿੱਖ, ਉਹਨਾਂ ਦੇ ਪਰਿਵਾਰ ਦਾ ਭਵਿੱਖ ਜਿਹੜਾ ਉਹ ਬਰਬਾਦ ਹੋ ਜਾਏ। ਅੱਛਾ ਦਾਦੂਵਾਲ ਸਾਹਿਬ, ਤੁਹਾਡੇ ਕੋਲ ਇੱਕ ਚੀਜ਼ ਜ਼ਰੂਰ ਪੁੱਛਣੀ ਚਾਹਾਂਗਾ। ਤੁਹਾਡਾ ਜਿਹੜਾ ਇਹ ਬਿਆਨ ਆਇਆ ਬਹੁਤ ਵੱਡਾ ਬਿਆਨ ਹੈ, ਔਰ ਖ਼ਾਸ ਤੌਰ 'ਤੇ ਤੁਸੀਂ ਸਿੱਖ ਕਮਿਊਨਿਟੀ, ਜਿਹੜੇ ਸਿੱਖ ਨੌਜਵਾਨ ਨੇ, ਉਹਨਾਂ ਦੇ ਭਲੇ ਦੇ ਵਾਸਤੇ ਤੁਸੀਂ ਇਹ ਬਿਆਨ ਦੇ ਰਹੇ ਹੋ, ਪਰ ਜਿਹੜੇ ਸਿੱਖਸ ਫॉर ਜਸਟਿਸ ਵਰਗੇ ਜਾਂ ਗੁਰਪਤਵੰਤ ਪੰਨੂ ਵਰਗੇ ਲੋਕ ਜਿਹੜੇ ਇਸ ਚੀਜ਼ ਦਾ ਲਾਲਚ ਦਿੰਦੇ ਆ, ਨਿਊਯਾਰਕ ਤੋਂ ਜਾਂ ਅਮਰੀਕਾ ਤੋਂ ਜਾਂ ਕੈਨੇਡਾ ਤੋਂ ਜਾਂ ਵੱਖਰੇ ਮੁਲਕਾਂ ਤੋਂ ਇਸ ਤਰੀਕੇ ਨਾਲ ਲਾਲਚ ਦੇ ਕੇ ਲੜਕਿਆਂ ਨੂੰ ਬਹਿਲਾਉਂਦੇ ਜਾਂ ਫਸਲਾਉਂਦੇ ਆ, ਕਿ ਤੁਹਾਨੂੰ ਉਹਨਾਂ ਤੋਂ ਡਰ ਨਹੀਂ ਲੱਗਦਾ ਕਿ ਉਹ ਤੁਹਾਡੇ 'ਤੇ ਕੋਈ ਕਿਸੇ ਕਿਸਮ ਦਾ ਐਕਸ਼ਨ ਜਿਹੜਾ ਉਹ ਲੈ ਸਕਦੇ ਨੇ? ਜਾਂ ਤੁਹਾਨੂੰ ਕਦੀ ਫੋਨ ਨਹੀਂ ਇਹਨਾਂ ਜਥੇਬੰਦੀਆਂ ਦੇ ਆਉਂਦੇ? ਦੇਖੋ ਜੀ, ਮੈਂ ਤਾਂ ਪਹਿਲੇ ਦਿਨ ਤੋਂ ਹੀ ਆਪਣਾ ਸਿੱਖ ਧਰਮ ਦੀ ਸੇਵਾ ਕਰਦੇ, ਇਹਨਾਂ ਗੱਲਾਂ ਦੀ ਕਦੇ ਪਰਵਾਹ ਨਹੀਂ ਕੀਤੀ। ਡੇਰੇ ਸਰਸੇ ਵਾਲੇ ਦੇ ਖਿਲਾਫ ਲੜਿਆ ਜਦੋਂ 3 ਸਟੇਟਾਂ ਦੀ ਸਰਕਾਰ ਬਣਾਉਣ ਦਾ ਦਾਅਵਾ ਕਰਦਾ ਸੀ। ਫਿਰ ਬਾਦਲ ਜਿਹੜੇ 10 ਸਾਲ ਰਾਜ 'ਚ ਰਹੇ, ਜਿਹੜੇ ਰੋਜ਼ ਮੈਨੂੰ ਜੇਲ੍ਹਾਂ 'ਚ ਡੱਕਦੇ ਸੀ, ਮੈਂ ਜੇਲ੍ਹਾਂ ਕੱਟੀਆਂ, ਮੁਕੱਦਮੇ ਝੱਲੇ ਹੋਏ ਆ, ਮੈਂ ਸਾਰਾ ਕੁਛ ਦੇਖਿਆ। ਮੈਂ ਗਲਤ ਗੱਲ ਨਹੀਂ ਕਰਦਾ, ਮੈਂ ਆਪਣੀ ਕੌਮ ਦੀ, ਪੰਥ ਦੀ, ਧਰਮ ਦੀ, ਸਮਾਜ ਦੀ, ਸਰਬੱਤ ਦੇ ਭਲੇ ਦੀ, ਭਾਈਚਾਰੇ ਦੀ ਗੱਲ ਕਰਦਾ ਵਾਂ। ਇਸ ਕਾਰਨ ਕਰਕੇ ਗੁਰੂ ਸਾਹਿਬ ਦਾ ਵਚਨ ਮੇਰੀ ਅਗਵਾਈ ਕਰਦਾ ਕਿ ਭੈ ਕਾਹੂ ਕੋ ਦੇਤ ਨਾ ਪੈ ਮਾਨ ਤਾਣ। ਸਿੱਖ ਨੇ ਨਾ ਕਿਸੇ ਤੋਂ ਡਰਨਾ, ਨਾ ਕਿਸੇ ਨੂੰ ਡਰਾਉਣਾ। ਬਾਕੀ ਜਿੰਨੇ ਵਾਹਿਗੁਰੂ ਵੱਲੋਂ ਸਵਾਸ ਲਿਖੇ ਹੋਏ ਆ, ਮੈਂ ਤਾਂ ਸਮਾਜ ਨੂੰ ਚੰਗੀ ਗੱਲ ਹੀ ਕਹਿ ਰਿਹਾ, ਆਪਣੀ ਕੌਮ ਨੂੰ, ਆਪਣੇ ਨੌਜਵਾਨਾਂ ਨੂੰ ਸੇਧ ਦੇਣ ਦੀ ਗੱਲ ਕਰ ਰਿਹਾ ਵੀ ਭਰਾਓ, ਮਾੜੇ ਮਾਰਗ ਤੇ ਨਾ ਚੱਲਿਓ, ਚੰਗੇ ਮਾਰਗ ਤੇ, ਜਿੱਥੇ ਦੇਸ਼ ਕੌਮ ਧਰਮ ਦੀ ਸੇਵਾ ਦੀ ਗੱਲ ਆ ਉਸ ਪਾਸੇ ਆਇਓ। ਐਵੇਂ ਕਿਸੇ ਦੇ ਲਾਲਚ ਵਿੱਚ ਆ ਕੇ ਜਾਂ ਗੁੰਮਰਾਹਕੁੰਨ ਗੱਲਾਂ 'ਚ ਆ ਕੇ ਆਪਣਾ ਭਵਿੱਖ ਬਰਬਾਦ ਨਾ ਕਰਿਓ। ਪਰ ਜੇ ਇਸ ਦੇ ਬਾਵਜੂਦ ਵੀ ਜੇ ਮੈਨੂੰ ਕਿਸੇ ਨੇ ਮਤਲਬ ਜਿਹੜਾ ਹੈਗਾ ਲਿਮੀਨੇਟ ਕਰਨਾ, ਤੇ ਉਹਦੀ ਮਰਜ਼ੀ ਆ। ਮੈਨੂੰ ਇਸ ਗੱਲ ਤੋਂ ਨਹੀਂ, ਮੇਰਾ ਪ੍ਰਮਾਤਮਾ ਤੇ ਭਰੋਸਾ ਵਾ, ਵਾਹਿਗੁਰੂ ਤੇ ਭਰੋਸਾ ਵਾ ਕਿ ਜਿੰਨੇ ਵਾਹਿਗੁਰੂ ਨੇ ਸਵਾਸ ਬਖਸ਼ੇ ਆ, ਉਹਨੂੰ ਦੁਨੀਆ ਦੀ ਕੋਈ ਤਾਕਤ ਖੋ ਨਹੀਂ ਸਕਦੀ। ਤੇ ਜਦੋਂ ਵਾਹਿਗੁਰੂ ਵੱਲੋਂ ਮੁੱਕ ਗਈ, ਫਿਰ ਭਾਵੇਂ ਪ੍ਰਾਈਮ ਮਿਨਿਸਟਰ ਦੇ ਨਾਲ, ਚੀਫ ਮਿਨਿਸਟਰ ਨਾਲ, ਪ੍ਰੈਜ਼ੀਡੈਂਟ ਦੇ ਨਾਲ, ਚਾਹੇ ਕਿਸੇ ਮਤਲਬ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਬ੍ਰੇਕਫਾਸਟ, ਲੰਚ ਤੇ ਡਿਨਰ ਕਿਉਂ ਨਾ ਇਕੱਠਾ ਹੋਵੇ, ਉਹਨਾਂ ਨੇ ਵੀ ਬਾਂਹ ਫੜ ਕੇ ਨਹੀਂ ਰੱਖ ਲੈਣਾ। ਜਦੋਂ ਵਾਹਿਗੁਰੂ ਵੱਲੋਂ ਮੁੱਕ ਗਏ, ਜਿੰਨੇ ਸਵਾਸ ਆ ਪਰਮਾਤਮਾ ਨੇ ਦਿੱਤੇ ਉਨੇ ਹੀ ਭੁਗਤਣੇ ਆ, ਤੇ ਜਿੰਨੇ ਉਹਨੇ ਦਿੱਤੇ ਆ ਉਹਨੇ ਕਿਸੇ ਨੇ ਖੋਹ ਨਹੀਂ ਲੈਣੇ। ਤੇ ਨਾਲੇ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕੀਤੀ ਆ, ਉਹਨਾਂ ਭਾਵੇਂ ਉਹ ਠੀਕ ਆ, ਜਦੋਂ ਦਾ ਮੇਰਾ ਬਿਆਨ ਛਪਿਆ ਬੜੀਆਂ ਮੈਨੂੰ ਕਾਲਾਂ ਆ ਰਹੀਆਂ ਨੇ, ਬੜੀਆਂ ਜਿੱਥੇ ਐਪਰੀਸ਼ੀਏਟ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਪੂਰੀ ਦੁਨੀਆ ਭਰ ਚੋਂ, ਦੇਸ਼ ਵਿਦੇਸ਼ ਚੋਂ ਸੰਗਤਾਂ ਦੇ ਫੋਨ ਆ ਰਹੇ ਆ, ਉੱਥੇ ਮੈਨੂੰ ਉਹਨਾਂ ਵੀਰਾਂ ਦੇ ਵੀ ਆ ਰਹੇ ਆ। ਮੈਨੂੰ ਅੱਜ ਇੱਕ ਫੋਨ ਆਇਆ, ਉਹ ਤਾਂ ਕਹਿੰਦੇ ਤੁਹਾਨੂੰ ਕੋਈ ਨਹੀਂ, ਅਸੀਂ ਤਾਂ ਹਰਿਆਣੇ 'ਚੋਂ ਹੀ ਕੱਢ ਦੇਣਾ ਵਾ, ਤੇ ਤੁਹਾਨੂੰ ਇੱਥੇ ਜਦੋਂ ਸਾਡਾ ਰਾਜ ਆ ਗਿਆ। ਮੈਂ ਕਿਹਾ ਭਰਾਓ, ਇਹ ਕਿੱਦਾਂ ਦਾ ਰਾਜ ਆ ਵੀ ਜਿੱਥੋਂ ਸਾਨੂੰ ਹੀ ਕੱਢ ਦੇਣਾ ਤੁਸੀਂ? ਅਸੀਂ ਤਾਂ ਸਾਰਿਆਂ ਨੂੰ ਇੱਥੇ ਵਸਾਉਣ ਦੀ ਗੱਲ ਕਰਦੇ ਆ। ਗੁਰੂ ਸਾਹਿਬ ਨੇ ਤਾਂ ਸਰਬੱਤ ਦੇ ਭਲੇ ਸਾਂਝੀਵਾਲਤਾ ਦੀ ਗੱਲ ਕੀਤੀ ਹੈ। ਤੇ ਨਾਲੇ ਗੁਰੂ ਸਾਹਿਬ ਨੇ ਜੇ ਖਾਲਸਾ ਰਾਜ ਦੀ ਵੀ ਰਾਜ ਕਰੇਗਾ, ਖਾਲਸਾ ਦੀ, ਤੇ ਖਾਲਸ ਹਿੰਦੂ, ਖਾਲਸ ਮੁਸਲਮਾਨ, ਖਾਲਸ ਈਸਾਈ, ਖਾਲਸ ਸਿੱਖ, ਸਾਰਿਆਂ ਨੂੰ ਭਾਈਚਾਰ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ। ਤੇ ਗੁਰੂ ਸਾਹਿਬ ਨੇ ਤਾਂ ਉਪਦੇਸ਼ 'ਚੋਂ ਵਰਨਾ ਕੋ ਸਾਂਝਾ, ਸਭੇ ਸਾਂਝੀ ਵਾਲ ਸਦਾਇਨ। ਤੇ ਸਤਿਗੁਰ ਤਾਂ ਕਹਿੰਦੇ ਬਿਸਰ ਗਈ ਸਭ ਤਾਤ ਪੁਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾਹੇ ਬਗਾਨਾ, ਸਗਲ ਸੰਗ ਹਮਕੋ ਬਣਾਈ। ਇਹ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਤੁਸੀਂ ਕਹਿੰਦੇ ਅਸੀਂ ਤੁਹਾਨੂੰ ਕੱਢ ਦੇਣਾ। ਭਰਾਓ, ਮੈਂ ਕਿਹਾ ਕੋਈ ਗੱਲ ਨਹੀਂ, ਤੁਹਾਡੀ ਜਿੰਨਾ ਚਿਰ ਸਾਡਾ ਦਾਣਾ ਪਾਣੀ ਲਿਖਿਆ ਹੋਇਆ, ਅਸੀਂ ਉਹ ਦਾਣਾ ਪਾਣੀ ਚੁਗਣਾ, ਉਹ ਤੇ ਆਪਣੀ ਕੌਮ ਦੀ, ਆਪਣੀ ਧਰਮ ਦੀ ਸੇਵਾ ਕਰਨੀ। ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਕੈਨੇਡਾ ਦੇ ਵਿੱਚ ਸੰਗਤ ਤੁਹਾਨੂੰ ਸੁਣ ਰਹੀ ਹੈ, ਯੂਥ ਤੁਹਾਨੂੰ ਸੁਣ ਰਹੇ ਨੇ, ਔਰ ਇਸ ਵੇਲੇ ਇੰਡੋ ਕੈਨੇਡੀਅਨ ਭਾਈਚਾਰਾ ਤੁਹਾਨੂੰ ਸੁਣ ਰਿਹਾ, ਉਹਨਾਂ ਲਈ ਕੀ ਸੁਨੇਹਾ ਤੁਹਾਡਾ? ਦੇਖੋ, ਮੈਂ ਤਾਂ ਇਹੀ ਅਪੀਲ ਕੀਤੀ ਹੈ ਕਿ ਦੇਖੋ, ਜਿੱਦਾਂ ਸਾਡੇ ਵੀਰ ਵਿਦੇਸ਼ਾਂ 'ਚ ਜਾ ਕੇ ਆਪਣਾ ਕਾਰੋਬਾਰ ਕਰ ਰਹੇ ਆ, ਸੈੱਟ ਹੋਏ ਆ, ਇੱਥੇ ਉਹਨਾਂ ਗੁਰੂ ਘਰ ਸਥਾਪਿਤ ਕੀਤੇ ਆ, ਉਹ ਇੱਧਰ ਦੀ ਪੰਜਾਬ ਦੀ ਸਾਰ ਲੈਣ, ਇੱਥੇ ਡਿਵੈਲਪਮੈਂਟ ਕਰਾਉਣ, ਇੱਥੇ ਨਸ਼ੇ ਡਰੱਗ ਆ ਜਿਹੜਾ ਉਹਦੇ ਤੋਂ ਰਹਿਤ ਕਰਨ ਵਾਸਤੇ ਇੱਧਰ ਨੂੰ ਨੌਜਵਾਨਾਂ ਨੂੰ ਚੰਗੇ ਪਾਸੇ ਧਿਆਨ ਦੇਣ, ਰੁਜ਼ਗਾਰ ਦੇਣ। ਮੇਰੀ ਅਪੀਲ ਉਹਨਾਂ ਨੂੰ ਇਹੀ ਹੈ ਕਿ ਜਿਹੜੇ ਇਸ ਤਰ੍ਹਾਂ ਅਪੀਲ ਕਰਦੇ ਆ, ਉਹਨਾਂ ਨੂੰ ਇਹੋ ਜਿਹੀਆਂ ਅਪੀਲਾਂ ਜਿਹੜੀਆਂ ਇੱਥੇ ਤਿਰੰਗਾ ਸਾੜ ਦਿਓ ਜੀ, ਉਹਨਾਂ ਦਾ ਕੀ ਮੋਟਿਵ ਆ ਉਹਦੇ ਪਿੱਛੇ, ਉਹ ਤਾਂ ਉਹੀ ਜਾਣਦੇ ਆ ਕਿ ਉਹਨਾਂ ਨੂੰ ਕੀ ਬੈਨੀਫਿਟ ਹੁੰਦਾ ਇਸ ਤਰੀਕੇ ਦੇ ਨਾਲ, ਜਾਂ ਉਹਨਾਂ ਕੋਲ ਇੰਨੇ ਡਾਲਰ ਕਿੱਥੋਂ ਆਉਂਦੇ ਆ। ਜਿਹੜਾ ਕਹਿੰਦਾ $1.25 ਲੱਖ ਦਿਆਂਗੇ ਇੱਕ ਤਿਰੰਗਾ ਫੂਕਣ ਦਾ,
ਉਹ ਪਤਾ ਨਹੀਂ ਇੰਨੇ ਡਾਲਰ ਜਿਹੜੇ, ਮੈਂ ਤਾਂ ਸੋਚਦਾ ਵੀ ਜਿਸ ਤਰ੍ਹਾਂ ਇੱਕ ਐਡਵੋਕੇਟ ਆ ਆਪਣਾ ਗੁਰਪਤਵੰਤ ਸਿੰਘ ਪੰਨੂ, ਤੇ ਇੱਕ ਐਡਵੋਕੇਟ ਦੇ ਕੋਲ ਇੰਨਾ ਰੁਪਈਆ ਕਿੱਥੋਂ ਆ ਜਾਂਦਾ? ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਵੀ ਜਿਹੜਾ ਇਹਨਾਂ ਨੌਜਵਾਨਾਂ ਨੂੰ ਉਹਨੇ ਦੇਣਾ। ਸੋ ਇਸ ਕਰਕੇ ਮੇਰੀ ਉਹਨੂੰ ਅਪੀਲ ਆ ਕਿ ਭਰਾਵਾ ਜੇ ਤੇਰੇ ਕੋਲ ਇੰਨੇ ਪੈਸੇ ਆ ਗਏ ਆ ਤੇ ਤੂੰ ਕੋਈ ਨੌਜਵਾਨਾਂ ਦੇ ਚੰਗੇ ਭਵਿੱਖ ਵਾਸਤੇ ਲਾ, ਕੋਈ ਰੁਜ਼ਗਾਰ ਵਾਸਤੇ ਲਾ, ਕੋਈ ਚੰਗੇ ਪਾਸੇ ਜਿਹੜਾ ਹੈਗਾ ਇੱਥੇ ਕੋਈ ਮੈਡੀਕਲ ਸੇਵਾਵਾਂ ਵਾਸਤੇ ਲਾ, ਕਿ ਤੂੰ ਇਸ ਪਾਸੇ ਕਿਉਂ ਨੌਜਵਾਨਾਂ ਦੇ ਭਵਿੱਖ ਨੂੰ ਕਿਉਂ ਬਰਬਾਦ ਕਰਦਾ? ਤਾਂ ਮੈਂ ਸੰਗਤਾਂ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਕਿ ਦੇਖੋ ਮੇਰਾ ਮੋਟਿਵ ਜਿਹੜਾ ਹੈਗਾ ਉਹ ਸਿਰਫ ਇਹੀ ਆ ਕਿ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਆ, ਮੈਂ ਇੱਕ ਸਿੱਖ ਸੰਸਥਾ ਦਾ ਮੁੱਖ ਸੇਵਾਦਾਰ ਹਾਂ, ਕਿ ਜਿਹੜੇ ਨੌਜਵਾਨ ਨੇ, ਕਿਉਂਕਿ ਜਦੋਂ ਬਾਅਦ ਵਿੱਚ ਉਹਨਾਂ ਦੇ ਪਰਿਵਾਰ ਆ ਕੇ ਰੋਂਦੇ ਆ ਜਾਂ ਨੌਜਵਾਨ ਮੇਰੇ ਕੋਲ ਆ ਕੇ ਰੋਂਦੇ ਆ ਤਾਂ ਫਿਰ ਮੇਰਾ ਜਿਹੜਾ ਮਨ ਹੈ ਉਸ ਗੱਲ ਤੋਂ ਬਹੁਤ ਦੁਖੀ ਹੁੰਦਾ। ਤੇ ਮੈਂ ਨੌਜਵਾਨਾਂ ਨੂੰ ਅਗਾਊਂ ਹੀ ਇਸ ਕਰਕੇ ਬੇਨਤੀ ਕੀਤੀ ਹੈ, ਕਿਉਂਕਿ ਹੁਣ ਜਿਹੜੀ ਅਪੀਲ ਸੀ ਮੈਂ ਪੰਨੂ ਦੀ ਸੁਣੀ ਸੀ, ਮੇਰੇ ਕੋਲ ਫੋਨ ਤੇ ਆਈ ਤਾਂ ਮੈਂ ਸੁਣੀ, ਜਿਹਦੇ ਚੋਂ ਸਿੱਧਾ ਨੌਜਵਾਨਾਂ ਨੂੰ ਕਹਿ ਰਿਹਾ ਵੀ ਤਿਰੰਗੇ ਸਾੜੋ, $1.25 ਦਿਆਂਗੇ। ਮੈਂ ਕਿਹਾ ਭਰਾਵਾ ਪਹਿਲਾਂ ਕਿੰਨੇ ਕੁ ਨੂੰ ਦਿੱਤਾ ਮੈਨੂੰ ਦੱਸ ਦੇ, ਕਿਉਂਕਿ ਜਿਹੜੇ ਪਹਿਲਾਂ ਜਿਹੜੇ ਜਿਨ੍ਹਾਂ ਨੇ ਝੰਡੇ ਚੜਾਏ ਉਹਨਾਂ ਦੇ ਕਿਸੇ ਕੋਈ ਪਿੱਛੇ 2 ਕਿਲੋ ਗੰਢੇ ਲੈ ਕੇ ਨਹੀਂ ਗਿਆ, 2 ਕਿਲੋ ਕੇਲੇ ਲੈ ਕੇ ਨਹੀਂ ਕਿਸੇ ਦੇ ਪਿੱਛੇ ਗਿਆ ਪੰਨੂ, ਤੇ ਉਹਨਾਂ ਦੇ ਜ਼ਮਾਨਤਾਂ ਵੀ ਆਪ ਕਰਾਈਆਂ। ਆ ਮੇਰੇ ਕੋਲ ਆ ਜਿਹੜਾ ਸਿੰਘਪੁਰਾ ਪਿੰਡ ਆ ਮੇਰੇ ਨਾਲ ਹੀ, ਜਿਹਦੀ ਬਹੁਤ ਵੱਡੀ ਖਬਰ ਜਿਹੜੀ ਪੰਨੂ ਨੇ ਚਲਾਈ ਸੀਗੇ, ਖੱਟੜ ਦੀ ਹਿੱਕ ਤੇ ਝੰਡਾ ਗੱਡਤਾ, ਵਿੱਜ ਦੀ ਹਿੱਕ ਤੇ ਝੰਡਾ ਗੱਡਤਾ ਜੀ, ਮੈਂ ਐਂ ਕਰਤਾ। ਤੇ ਉਹ ਜਿਹੜੇ ਨੌਜਵਾਨ ਇੱਥੇ ਤੱਕ ਇਹਨੂੰ ਪਤਾ ਵੀ ਨਹੀਂ ਵੀ ਕਿਸੇ ਨੇ ਸੱਥ ਦੇ ਉੱਤੇ ਕੋਈ ਝੰਡਾ ਲਾਇਆ ਵਾ, ਤੇ ਜਦੋਂ ਇੱਥੇ ਆਏ ਆ ਕੇ ਤੇ ਜਿਹੜਾ ਸੀਗਾ ਉਹ ਨੌਜਵਾਨਾਂ ਨੂੰ ਪੁਲਿਸ ਨੇ, ਜਦੋਂ ਦਿੱਲੀ ਤੱਕ ਦੀ ਪੁਲਿਸ ਆਈ ਇਹਨਾਂ ਨੂੰ ਫੜ ਲਿਆ, ਜਿਸ ਵੇਲੇ ਪਰਚਾ ਪਾਇਆ ਮੁੜ ਕੇ ਉਹ ਜ਼ਮਾਨਤ ਨਹੀਂ ਕੋਈ ਕਰਾਉਣ ਵਾਲਾ। ਉਹ ਜ਼ਮਾਨਤ ਤੋਂ ਬਾਅਦ ਆਏ ਮੇਰੇ ਕੋਲ, ਉਹਨਾਂ ਦਾ ਪਰਿਵਾਰ ਪਹਿਲਾਂ ਆਇਆ, ਫਿਰ ਉਹ ਆਏ ਨੌਜਵਾਨ, ਇੱਥੇ ਬੱਚੇ ਸੀਗੇ ਛੋਟੇ ਛੋਟੇ। ਔਰ ਇਹ ਜਿਹੜਾ ਝੰਡਾ ਸਾਡਾ ਖਾਲਸਾਈ ਝੰਡਾ, ਦੇਖੋ ਇਹਨੂੰ ਕਿਸ ਤਰ੍ਹਾਂ ਬੁਰੀ ਨਜ਼ਰ ਨਾਲ ਦੇਖਣ ਲੱਗ ਗਏ ਇਹਨਾਂ ਗੱਲਾਂ ਕਰਕੇ ਜਿਹੜੀਆਂ ਪੰਨੂ ਬਿਆਨ ਦੇ ਰਿਹਾ। ਆ ਹਿਮਾਚਲ ਦੇ ਵਿੱਚ ਸਾਡੇ ਝੰਡੇ ਝੂਲਦੇ ਵੀ ਸੀ, ਅਸੀਂ ਯਾਤਰਾ ਤੇ ਜਾਂਦੇ ਗੱਡੀਆਂ ਤੇ ਮੋਟਰਸਾਈਕਲਾਂ ਤੇ ਲੱਗੇ ਹੁੰਦੇ ਸੀ, ਸਾਡੇ ਕੋਈ ਨਹੀਂ ਸੀ ਰੋਕਦਾ। ਅੱਜ ਵੀ ਉੱਥੇ ਜਿਹੜੇ ਝੰਡਿਆਂ ਨਾਲ ਨਗਰ ਕੀਰਤਨ ਨਿਕਲਦੇ, ਮਾਰਚ ਨਿਕਲਦੇ ਆ, ਕੋਈ ਨਹੀਂ ਰੋਕਦਾ। ਪਰ ਜਦੋਂ ਦਾ ਪੰਨੂ ਨੇ ਕਿਹਾ ਵੀ ਅਸੀਂ ਇਸ ਤਰ੍ਹਾਂ ਕਰ ਦੇਣਾ, ਇਸ ਤਰ੍ਹਾਂ ਕਰ ਦੇਣਾ, ਉਦੋਂ ਦੇ ਸਾਡੇ ਝੰਡੇ ਨਿਸ਼ਾਨ ਸਾਹਿਬ ਜਿਹੜੇ ਆ ਉਹ ਗੱਡੀਆਂ ਤੋਂ ਲਵਾਉਣ ਲੱਗ ਗਏ, ਮੋਟਰਸਾਈਕਲਾਂ ਤੋਂ ਲਵਾਉਣ ਲੱਗ ਗਏ। ਕਿੰਨੀਆਂ ਉੱਥੇ ਪ੍ਰੋਬਲਮਾਂ ਆਈਆਂ ਸਾਨੂੰ ਪਹਾੜਾਂ 'ਚ ਜਿਹੜੇ ਸੰਗਤ ਯਾਤਰਾ ਕਰਨ ਜਾਂਦੀ ਆ, ਚਾਹੇ ਉਹ ਹੇਮਕੁੰਡ ਸਾਹਿਬ, ਚਾਹੇ ਮਨੀਕਰਨ ਸਾਹਿਬ, ਚਾਹੇ ਕਿਸੇ ਵੀ ਅਸਥਾਨ ਗੁਰਦੁਆਰਾ ਸਾਹਿਬ ਤੇ। ਸੋ ਇਹ ਜਿਹੜੀਆਂ ਪ੍ਰੋਬਲਮਾਂ ਪੰਨੂ ਕਰਕੇ ਮੈਂ ਪੰਨੂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਗੱਲਾਂ ਤੋਂ ਗਰੇਜ। ਇੱਕ ਪਾਸੇ ਤੋਂ ਕਹਿ ਰਿਹਾ ਮੈਂ ਕਾਨੂੰਨੀ ਤਰੀਕੇ ਨਾਲ ਰੈਫਰੈਂਡਮ ਕਰਾਉਣਾ ਚਾਹੁੰਦਾ, ਕਾਨੂੰਨੀ ਤਰੀਕੇ ਨਾਲ ਰੈਫਰੈਂਡਮ ਕਰਾ ਕੇ ਵੋਟਾਂ ਪਾਉਣੀਆਂ, ਵੋਟ ਕਿਸੇ ਦੀ ਮਰਜ਼ੀ ਹੈ, ਜਿਹਦੇ ਮਰਜ਼ੀ ਹੈ, ਜਿੱਦਾਂ ਵੋਟਾਂ ਪੈਂਦੀਆਂ ਦੇਸ਼ ਵਿਦੇਸ਼ ਦੇ ਵਿੱਚ, ਜਿਹਦੀ ਮਰਜ਼ੀ, ਜਿਹਨੂੰ ਮਰਜ਼ੀ ਕੋਈ ਪਾਵੇ। ਪਰ ਆਹ ਜਿਹੜਾ ਰਸਤਾ ਕਿਹੜਾ, ਨਾਲੇ ਕਹਿੰਦਾ ਮੇਰਾ ਕਾਨੂੰਨੀ ਰਸਤਾ, ਨਾਲੇ ਕਹਿ ਰਿਹਾ ਝੰਡਾ ਸਾੜ ਦੇ ਉੱਥੇ ਜਾ ਕੇ, ਜਾਂ ਜਿਹੜਾ ਝੰਡਾ ਤਿਰੰਗਾ ਝਲਾਊ ਉਹਨੂੰ ਤਿਰੰਗੇ ਥੱਲੇ ਦੱਬ ਦੂੰਗਾ। ਕਹਿੰਦਾ ਲੈ ਦੱਸੋ, ਤਿਰੰਗੇ ਦੀ ਇੱਥੇ ਆਪਣਾ ਤਿਰੰਗੇ 'ਚ ਸਾਡਾ ਕੇਸਰੀ ਰੰਗ ਵੀ ਤਾਂ ਹੈਗਾ, ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਡਾ ਅਸੀਂ ਯੋਗਦਾਨ ਪਾਇਆ ਵਾ। ਅਸੀਂ ਆਪਣੇ ਹੱਕਾਂ ਲਈ ਜਿੱਥੇ ਕਿਤੇ ਲੋੜ ਆ, ਇੱਥੇ 84 ਦਾ ਕਤਲੇਆਮ ਸਾਡਾ ਹੋਇਆ, ਅਸੀਂ ਲੜਾਈ ਲੜ ਰਹੇ ਹਾਂ, ਸੱਜਣ ਕੁਮਾਰ ਅੰਦਰ ਆ। ਜੇ ਕਿਸੇ ਨੇ ਕੀਤਾ ਉਸ ਵੇਲੇ ਸਾਡੇ ਅਕਾਲ ਤਖ਼ਤ ਸਾਹਿਬ ਤੇ ਫੌਜਾਂ ਦੇ ਨਾਲ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ, ਤੇ ਉਹਦਾ ਜਵਾਬ ਜਿਹੜਾ ਹੈਗਾ ਉਹ ਉਹਨਾਂ ਨੂੰ ਮਿਲਿਆ। ਸੋ ਇਸ ਕਾਰਨ ਕਰਕੇ ਜਿਹੜਾ ਹੈਗਾ ਸਾਡੇ ਨਾਲ ਜਿੱਥੇ ਬੇਇਨਸਾਫੀ ਧੱਕੇਸ਼ਾਹੀ ਹੋਈ ਆ, ਉਹਦੀ ਲੜਾਈ ਅਸੀਂ ਇੱਥੇ ਰਹਿ ਕੇ ਲੜ ਰਹੇ ਹਾਂ। ਤੁਸੀਂ ਵਿਦੇਸ਼ ਬੈਠ ਕੇ ਇੱਥੇ ਜਿਹੜੇ ਸਿੱਖ ਆ ਉਹਨਾਂ ਨੂੰ ਇਸ ਤਰੀਕੇ ਨਾਲ ਭੜਕਾਟ ਵਿੱਚ ਨਾ ਪਾਓ। ਦੂਜਾ ਆ ਸਾਡੇ ਬੰਦੀ ਸਿੰਘ ਆ, ਅਸੀਂ ਤਾਂ ਉਹਨਾਂ ਦੀ ਰਿਹਾਈ ਦੀ ਕੌਮ ਸਾਰੀ ਲੜਾਈ ਲੜ ਰਹੀ ਆ ਵੀ ਉਹਨਾਂ ਨੂੰ ਰਿਹਾ ਕਰਾ ਲਈਏ। ਪੰਨੂ ਸਾਹਿਬ ਹੋਰਾਂ ਨੂੰ ਅੰਦਰ ਭੇਜਣ ਦਾ ਜਿਹੜਾ ਹੈਗਾ ਮਸਾਲਾ ਤਿਆਰ ਕਰੀ ਜਾਂਦੇ ਆ, ਅਸੀਂ ਤਾਂ ਉਹਨਾਂ ਲਈ ਲੜ ਰਹੇ ਹਾਂ ਵੀ ਜਿਹੜੇ ਅੰਦਰ ਆ, ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਅਜੇ ਤੱਕ ਰਿਹਾ ਨਹੀਂ ਹੋਏ, ਉਹਨਾਂ ਦੀ ਰਿਹਾਈ ਦੀ ਲੜਾਈ ਲੜ ਰਹੇ ਹਾਂ, ਤੇ ਹੋਰਾਂ ਨੂੰ ਅੰਦਰ ਭੇਜਣ ਦਾ ਮਸਾਲਾ ਤਿਆਰ ਕਰੀ ਜਾ ਰਹੇ। ਸੋ ਇਸ ਕਰਕੇ ਉਹਨਾਂ ਨੂੰ ਵੀ ਗਰੇਜ ਕਰਨਾ ਮੈਂ ਅਪੀਲ ਹੀ ਕਰਨੀ ਚਾਹੁੰਦਾ। ਨਾਲੇ ਪੰਨੂ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹ ਖਾਲਿਸਤਾਨ ਬਣਾਉਣ ਦੀ ਗੱਲ ਕਰ ਰਹੇ ਆ, ਤੇ ਉਹਨਾਂ ਨੂੰ ਖਾਲਸੇ ਵੀ ਬਣ ਜਾਣਾ ਚਾਹੀਦਾ। ਉਹਨਾਂ ਨੂੰ ਅੰਮ੍ਰਿਤ ਛਕ ਕੇ ਸਿੰਘ ਸਜਣਾ ਚਾਹੀਦਾ, ਦਸਤਾਰ ਸਜਾਉਣੀ ਚਾਹੀਦੀ, ਕਿਉਂਕਿ ਕੇਸ ਗੁਰੂ ਕੀ ਮੋਹਰ ਆ। ਇਹ ਕਿਸੇ ਪਾਰਟੀ, ਕਿਸੇ ਲੀਡਰ ਆ, ਕਿਸੇ ਆਗੂ ਧੜੇ ਦੇ ਨਹੀਂ ਆ, ਕੇਸ ਤਾਂ ਗੁਰੂ ਦੀ ਮੋਹਰ ਆ। ਤੁਸੀਂ ਗੱਲ ਖਾਲਿਸਤਾਨ ਬਣਾਉਣ ਦੀ ਕਰਦੇ ਆ, ਤੁਸੀਂ ਸਾਬਤ ਸੂਰਤ ਖੁਦ ਨਹੀਂ ਆ। ਅੱਛਾ, ਇਸ ਕਾਰਨ ਕਰਕੇ ਉਹਨਾਂ ਨੂੰ ਸਾਬਤ ਸੂਰਤ ਬਣਨਾ ਚਾਹੀਦਾ ਤੇ ਇਹਨਾਂ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ, ਜਿਹਦੇ ਨਾਲ ਨੌਜਵਾਨਾਂ ਦਾ ਭਵਿੱਖ ਜਿਹੜਾ ਉਹ ਬਰਬਾਦ ਹੋਵੇ। ਦਾਦੂਵਾਲ ਸਾਹਿਬ, ਤੁਹਾਡੇ ਕੋਲ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ। ਤੁਸੀਂ ਬੜੀ ਵੱਡੀ ਇਸ ਵੇਲੇ ਇੱਕ ਸੰਸਥਾ ਸਿਰਮੌਰ ਦੇ ਤੁਸੀਂ ਚੀਫ ਹੋ, ਸਾਨੂੰ ਇਹ ਜ਼ਰੂਰ ਜਾਣਕਾਰੀ ਦਿਓ ਕਿ ਭਾਰਤ ਦੇ ਵਿੱਚ ਇਸ ਵੇਲੇ ਖਾਸ ਤੌਰ ਤੇ ਪੰਜਾਬ ਦੀ ਗੱਲ ਕਰੀਏ, ਹਰਿਆਣਾ, ਹਿਮਾਚਲ ਦੀ ਵੀ ਗੱਲ ਕਰੀਏ, ਜਿਹੜੀ ਸਿੱਖ ਕਮਿਊਨਿਟੀ ਹੈ ਇਹਨੂੰ ਕਿੰਨਾ ਕੁ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਜਿਹੜੀ ਕੇਂਦਰ ਸਰਕਾਰ ਹੈ ਉਹਦੇ ਵੱਲੋਂ?
ਦੇਖੋ ਸਾਡੇ ਬਹੁਤ ਸਾਰੇ ਮਸਲੇ ਆ ਜਿਹੜੇ ਨਾ ਕੇਂਦਰ ਸਰਕਾਰ ਨਾਲ ਹੁਣ ਗੱਲਬਾਤ ਚੱਲੀ ਆ। ਤੇ ਪਹਿਲਾਂ ਤਾਂ ਦੇਖੋ ਜਿੱਥੋਂ ਸਾਨੂੰ ਤੋਪਾਂ ਦੇ ਟੈਂਕਾਂ ਦੇ ਗੋਲੇ ਹੀ ਆਉਂਦੇ ਸੀਗੇ, ਅੱਜ ਉੱਥੋਂ ਸਾਡੇ ਗੁਰੂ ਸਾਹਿਬ ਦਾ 400 ਸਾਲਾ ਲਾਲ ਕਿਲੇ ਮਨਾਉਣ ਦੀ ਗੱਲ ਹੋਈ ਹੈ, ਜਿੱਥੇ ਲਾਲ ਕਿਲੇ ਤੋਂ ਗੁਰੂ ਸਾਹਿਬ ਦਾ ਸੀਸ ਕਲਮ ਕਰਨ ਦਾ ਹੁਕਮ ਹੋਇਆ ਸੀ ਔਰੰਗਜ਼ੇਬ ਵੱਲੋਂ। ਉਸੇ ਲਾਲ ਕਿਲੇ ਦੇ ਅੱਜ ਔਰੰਗਜ਼ੇਬ ਦਾ ਨਾਂ ਨਹੀਂ ਕੋਈ ਲੈਂਦਾ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਪੁਰਬ ਮਨਾਉਣ ਦਾ ਉਪਰਾਲਾ ਕੀਤਾ। ਅਸੀਂ ਹਰਿਆਣੇ 'ਚ ਪਾਣੀਪਤ ਮਨਾਇਆ, ਲੱਖਾਂ ਸੰਗਤਾਂ ਗਈਆਂ ਹਰਿਆਣਾ ਸਰਕਾਰ ਨੇ। ਔਰ ਫਿਰ ਕਰਤਾਰਪੁਰ ਸਾਹਿਬ ਦਾ ਲਾਂਘਾ ਦੇਖੋ, ਸਾਡੀਆਂ 7 ਦਹਾਕਿਆਂ ਤੋਂ ਵੱਧ ਅਰਦਾਸਾਂ ਜਿਹੜੀਆਂ ਸੀ ਹੋ ਗਈਆਂ ਸੀਗੀਆਂ ਖੁੱਲ੍ਹੇ ਦਰਸ਼ਨ ਦਿਦਾਰਿਆਂ ਦੀਆਂ, ਤੇ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਜੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਤੇ ਅਸੀਂ ਉਹਨਾਂ ਦਾ ਸਵਾਗਤ, ਬਲੈਕ ਲਿਸਟਾਂ ਖਤਮ ਕਰਨ ਦੀ ਗੱਲ ਕੀਤੀ। ਜੇ ਸਿੱਖ ਕਮਿਊਨਿਟੀ ਵਾਸਤੇ ਹੀ ਆ, ਅਸੀਂ ਤਾਂ ਸਗੋਂ ਅਪੀਲ ਕਰ ਰਹੇ ਜਿਹੜੇ ਜਲਾਵਤਨ ਸਿੱਖ ਸਾਡੇ ਬਾਹਰ ਬੈਠੇ ਉਹ ਵੀ ਇੱਥੇ ਆ ਸਕਣ। ਬਹੁਤ ਸਾਰੇ ਜਲਾਵਤਨੀ ਸਿੱਖ ਨੇ ਜਿਨ੍ਹਾਂ ਕੋਲੇ ਪਾਸਪੋਰਟ ਹੀ ਨਹੀਂ ਹੈਗੇ, ਵਿਦੇਸ਼ਾਂ ਵਿੱਚ ਬੈਠੇ ਵੀ, ਉਹ ਵੀ ਆਪਣੇ ਆ ਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਣ, ਆਪਣੇ ਘਰ ਪਰਿਵਾਰਾਂ 'ਚ ਬਹਿ ਸਕਣ। ਅਸੀਂ ਤਾਂ ਉਹਨਾਂ ਵਾਸਤੇ ਕਰਨਾ ਕਿਹਨੇ ਆ? ਭਾਰਤ ਦੀ ਸਰਕਾਰ ਨੇ। ਭਾਰਤ ਦੀ ਸਰਕਾਰ ਨੂੰ ਅਪੀਲ, ਤੇ ਭਾਰਤ ਦੀ ਸਰਕਾਰ ਨੇ ਆ ਜਿੰਨੇ ਕੰਮ ਕੀਤੇ ਆ, ਚਾਹੇ ਉਹ ਆਪਣਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ, ਚਾਹੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ, ਫਿਰ ਸਾਹਿਬਜ਼ਾਦਿਆਂ ਦਾ ਦਿਨ ਪੂਰੇ ਭਾਰਤ ਵਿੱਚ ਨੈਸ਼ਨਲ ਤੌਰ ਤੇ ਮਨਾਉਣ ਦਾ ਐਲਾਨ ਕੀਤਾ, ਤੇ ਸਾਡੇ ਗੁਰੂ ਸਾਹਿਬ ਦੇ ਜਿਹੜਾ ਹੈ ਆਪਣਾ ਸਾਹਿਬਜ਼ਾਦਿਆਂ ਨੂੰ ਨਤਮਸਤਕ ਹੋਣ ਦੀ ਗੱਲ ਕੀਤੀ ਆ। ਮੈਂ ਸਮਝਦਾ ਕਿ ਪਤਾ ਨਹੀਂ, ਮੈਂ ਹੋ ਸਕਦਾ ਗਲਤ ਹੋਵਾਂ, ਤੁਸੀਂ ਮੈਨੂੰ ਦਰੁਸਤ ਕਰ ਦਿਓ ਜਾਂ ਸੰਗਤ ਦਰੁਸਤ ਕਰ ਦੇ, ਵੀ ਅਸੀਂ ਹਰੇਕ ਦੇ ਨਾਲ ਜਿਹੜੀ ਕੋਈ ਸਰਕਾਰ ਜਾਂ ਪ੍ਰਧਾਨ ਮੰਤਰੀ ਬਣਦਾ ਅਸੀਂ ਕੋਈ ਉਹਦੇ ਨਾਲ ਟੱਕਰ ਹੀ ਮਾਰਨੀ। ਦੱਸ, ਜੇ ਕੋਈ ਸਾਡਾ ਚੰਗਾ ਕੰਮ ਕਰ ਰਿਹਾ ਤੇ ਅਸੀਂ ਉਹਦੀ ਸ਼ਲਾਘਾ ਕਰੀਏ, ਸਾਥ ਲਈਏ, ਸਹਿਯੋਗ ਦਈਏ ਔਰ ਸਹਿਯੋਗ ਲੈ ਕੇ ਚੱਲੀਏ। ਜੇ ਕੋਈ ਵੀ ਗੱਲਬਾਤ ਆ, ਸਾਡੇ ਜਿਹੜੇ ਮਸਲੇ ਅਸੀਂ ਅੱਗੇ ਰੱਖੀਏ। ਆਪਾਂ ਇੱਧਰ ਵੀ ਜਦੋਂ ਕੋਈ ਮਸਲਾ ਹੁੰਦਾ ਅਮਰੀਕਾ ਕੈਨੇਡਾ ਦੀ ਸਰਕਾਰ ਅੱਗੇ ਤੁਸੀਂ ਰੱਖਦੇ ਆ ਨਾ, ਜਿਨ੍ਹਾਂ ਦਾ ਰਾਜ ਉਹਨਾਂ ਅੱਗੇ ਰੱਖ ਕੇ ਆਪਣਾ ਮਸਲਾ ਹੱਲ ਕਰਾਉਣੇ। ਜਿਹੜੇ ਸਾਡੇ ਮਸਲੇ ਆ ਅਸੀਂ, ਔਰ ਇਸ ਭਾਰਤ ਦੀ ਆਜ਼ਾਦੀ 'ਚ ਸਾਡਾ ਵੱਡਾ ਯੋਗਦਾਨ ਆ, ਰਾਜ ਭਾਗ ਦੇ ਅਸੀਂ ਇਹਦੇ 'ਚ ਭਾਗੀਦਾਰ ਆ। ਆਪਣੇ ਹੱਕ ਸਾਡੇ ਕਿੰਨੇ ਦਸਤਾਰਧਾਰੀ 10 ਸਾਲ ਲਗਾਤਾਰ ਸਾਡਾ ਪ੍ਰਧਾਨ ਮੰਤਰੀ ਰਿਹਾ ਭਾਰਤ ਦਾ ਡਾਕਟਰ ਮਨਮੋਹਨ ਸਿੰਘ, ਅੱਜ ਵੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ, ਪਹਿਲਾਂ ਵੀ ਸਰਦਾਰ ਰਿਹਾ, ਹੁਣ ਵੀ ਸਰਦਾਰ ਆ। ਕਿੰਨੇ ਸੈਂਟਰ 'ਚ ਮਿਨਿਸਟਰ ਆ, ਸਟੇਟਾਂ ਦੇ ਅੰਦਰ ਸਾਡੇ ਸਿੱਖ ਮਿਨਿਸਟਰ ਆ, ਕਿੰਨੇ ਥਾਈਂ ਫੌਜ ਦਾ ਜਰਨਲ ਜਿਹੜਾ ਸਾਡਾ ਸਿੱਖ ਰਿਹਾ ਵਾ। ਕਿੰਨੀਆਂ ਗੱਲਾਂ ਨੇ ਜਿਹੜੀਆਂ ਹੈ ਸਿੱਖ ਕਮਿਊਨਿਟੀ ਨੂੰ, ਜਿੱਥੇ ਕਿਤੇ ਸਾਡੇ ਨਾਲ ਕੋਈ ਬੇਇਨਸਾਫੀ ਜਾਂ ਧੱਕੇਸ਼ਾਹੀ ਦੀ ਗੱਲ ਆਉਂਦੀ, ਉੱਥੇ ਅਸੀਂ ਇਨਸਾਫ ਦੀ ਲੜਾਈ ਲੜਦੇ ਹਾਂ। ਧਰਨੇ, ਮੁਜ਼ਾਹਰੇ, ਮੋਰਚੇ, ਜੇ ਗੁਰੂ ਸਾਹਿਬ ਦੇ ਨਰਾਦਰ ਦੀ ਗੱਲ ਆਈ ਇੱਥੇ ਤੇ ਅਸੀਂ ਉਹਨਾਂ ਦੇ ਖਿਲਾਫ ਲੜਾਈ ਲੜ ਰਹੇ ਹਾਂ। ਜੇ ਸਾਡੇ ਗੁਰੂ ਸਾਹਿਬ ਦਾ ਸਵਾਂਗ ਰਚਿਆ ਸੌਦਾ ਸਾਧ ਨੇ ਤੇ ਅਸੀਂ ਲੜਾਈ ਲੜੀ, ਫੈਸਲਾ ਕੌਣ? ਅੱਜ ਕਿੱਥੇ ਆ ਸੌਦਾ ਸਾਧ? ਜੇਲ੍ਹ ਦੀਆਂ ਸਲਾਖਾਂ ਪਿੱਛੇ ਬੈਠਾ, ਦੇਖੋ ਤੁਹਾਡੇ ਸਾਹਮਣੇ ਆ। ਹੁਣ ਵੀਰ ਮੰਨਣ, ਅੱਜ ਮੈਨੂੰ ਇੱਕ ਅਮਰੀਕਾ ਸ਼ਾਇਦ ਕੈਨੇਡਾ ਤੋਂ ਫੋਨ ਆ ਰਿਹਾ, ਉਹ ਕਹਿੰਦੇ ਨਹੀਂ ਜੀ ਤੁਸੀਂ ਭੁਲੇਖੇ 'ਚ, ਉਹ ਤਾਂ ਜੇਲ੍ਹ 'ਚ ਨਹੀਂ ਹੈਗਾ, ਉਹ ਤਾਂ ਕਿਤੇ ਹੋਟਲ 'ਚ ਰਹਿੰਦਾ ਵਾ। ਮੈਂ ਕਿਹਾ ਭਰਾਓ, ਜੇ ਸਾਨੂੰ ਇੱਥੇ ਨਹੀਂ ਪਤਾ, ਤੁਹਾਨੂੰ ਇੱਥੇ ਬੈਠਿਆਂ ਨੂੰ ਪਤਾ ਵੀ ਉਹ ਹੋਟਲ 'ਚ ਰਹਿੰਦਾ, ਦੱਸੋ ਕਿੱਦਾਂ ਦੀਆਂ ਬਿਨਾਂ ਸਿਰ ਪੈਰਾਂ ਤੋਂ ਜਿਹੜੀਆਂ ਗੱਲਾਂ ਨੇ ਉਹ ਕਰਦੇ ਆ। ਸੋ ਇਸ ਕਾਰਨ ਕਰਕੇ ਉਹਨਾਂ ਵੀਰਾਂ ਨੂੰ ਬੇਨਤੀ, ਐਵੇਂ ਭੜਕਾਟ 'ਚ ਆ ਕੇ ਜਾਂ ਗੱਲਾਂ ਗੁੰਮਰਾਹਕੁਨ ਗੱਲਾਂ 'ਚ ਆ ਕੇ ਇੱਦਾਂ ਦੀਆਂ ਗੱਲਾਂ ਨਾ ਕਰੋ। ਜਿਹੜੀ ਸੱਚਾਈ ਆ ਉਹਨੂੰ ਸਮਝੋ, ਤੇ ਜਿਹੜਾ ਕੋਈ ਸਾਡਾ ਚੰਗਾ ਕਰਦਾ, ਹਾਂ ਇੱਥੇ ਦੀਆਂ ਸਰਕਾਰਾਂ ਨੇ ਦੇਖੋ, ਜੇ ਕੋਈ ਸਾਡਾ ਚੰਗਾ ਕਰੇ ਅਸੀਂ ਸਵਾਗਤ ਕਰਦੇ ਹਾਂ, ਬੁਰਾ ਕਰਦਾ ਅਸੀਂ ਵਿਰੋਧ ਕਰਦੇ। ਇੱਥੇ ਰਹਿ ਕੇ ਲੜਾਈ ਲੜਦੇ ਹਾਂ, ਅਸੀਂ ਇੱਥੇ ਰਹਿ ਕੇ ਲੜਾਈ ਲੜ ਰਹੇ ਹਾਂ। ਤਾਂ ਹੁਣ ਪੰਨੂ ਨੂੰ ਮੈਂ ਤਾਂ ਕਿਹਾ, ਮੈਂ ਕਿਹਾ ਭਰਾਵਾ ਤੂੰ ਇੱਥੇ ਆ ਜਾ, ਇੱਥੇ ਆ ਕੇ ਤੂੰ ਨੌਜਵਾਨਾਂ ਨੂੰ ਨਾ ਕਹਿ, ਤੂੰ ਇੱਥੇ ਆ ਕੇ ਕਹਿ ਦੇ ਖਾਲਿਸਤਾਨ ਅਸੀਂ ਕਹਿ ਦਾਂਗੇ ਜ਼ਿੰਦਾਬਾਦ। ਤੂੰ ਇੱਥੇ ਆ ਕੇ ਕਹਿ, ਇੱਥੇ ਆ ਕੇ ਤੂੰ ਤਿਰੰਗੇ ਨੂੰ ਤੂੰ ਸਾੜਨ ਦੀ ਗੱਲ ਕਰਨਾ, ਫਿਰ ਪਤਾ ਲੱਗੇ ਇੱਥੇ ਦੂਜਿਆਂ ਨੂੰ ਕਿਉਂ ਆਪਾਂ ਫਸਾਉਂਦੇ ਆ। ਮੈਂ ਇਹ ਮੁਕੱਦਮੇ ਝੱਲੇ ਆ, ਮੈਂ ਜੇਲ੍ਹਾਂ ਝੱਲੀਆਂ ਨੇ, ਮੈਨੂੰ ਪਤਾ ਵੀ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਆ। ਜਿਹੜੇ ਸਾਡੇ ਆ ਹੁਣ ਇੰਨੇ ਚਿਰ ਦੇ ਬੰਦੀ ਸਿੰਘ ਬੈਠੇ ਆ, ਉਹਨਾਂ ਨੂੰ ਪਤਾ ਵੀ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਆ। ਐਵੇਂ ਅਸੀਂ ਉਹਨਾਂ ਨੂੰ ਛਡਾਉਣ ਦੀ ਲੜਾਈ ਲੜ ਰਹੇ ਆ। ਸਾਰੀ ਕੌਮ ਇਸ ਪਾਸੇ ਧਿਆਨ ਦਿੱਤੀ ਬੈਠੀ ਆ ਵੀ ਅਸੀਂ ਬੰਦੀ ਸਿੰਘ ਰਿਹਾ ਕਰਾਈਏ, ਇਹ ਹੋਰ ਬੰਦੀ ਬਣਾਉਣ ਵਾਲੇ। ਸੋ ਤੁਹਾਨੂੰ ਦਾਦੂਵਾਲ ਸਾਹਿਬ ਲੱਗਦਾ ਕਿ ਜੋ ਅਸਲੀ ਮੁੱਦੇ ਆ ਇਸ ਵੇਲੇ ਸਿੱਖ ਕਮਿਊਨਿਟੀ ਦੇ, ਉਹਨਾਂ ਤੋਂ ਕਿਸੇ ਕਿਸਮ ਦਾ ਧਿਆਨ ਭਟਕਾਉਣ ਦੇ ਵਾਸਤੇ, ਜਾਂ ਜਿਹੜੀ ਸਿੱਖ ਕਮਿਊਨਿਟੀ ਉਹਨੂੰ ਹੋਰ ਕਿਸੇ ਪਾਸੇ ਲਾਉਣ ਦੀ ਇੱਕ ਸਾਜ਼ਿਸ਼ ਜਿਹੜੀ ਉਹ ਚੱਲ ਰਹੀ ਹੈ? ਪਤਾ ਨਹੀਂ, ਇਹ ਤਾਂ ਉਹੀ ਜਾਣ ਸਕਦੇ ਆ ਜਿਨ੍ਹਾਂ ਦੀ ਵੀ ਉਹਨਾਂ ਦਾ ਮੋਟਿਵ ਕੀ ਆ, ਉਹਨਾਂ ਦਾ ਮੰਤਵ ਕੀ ਆ। ਮੈਂ ਤਾਂ ਕਹਿੰਦਾ ਇੱਥੇ ਸਾਨੂੰ ਰਹਿ ਕੇ ਇੱਥੇ ਦੀ ਲੜਾਈ, ਜਿਹੜੀ ਸਾਡੇ ਪੰਜਾਬ ਦੇ ਪਾਣੀਆਂ ਦੀ ਗੱਲ ਆ, ਜਾਂ ਸਾਡੇ ਗੁਰੂ ਸਾਹਿਬ ਦੇ ਸਨਮਾਨ ਦੀ ਗੱਲ ਆ, ਸਾਡੇ ਬੰਦੀ ਸਿੰਘਾਂ ਦੀ ਗੱਲ ਆ, ਸਾਡੇ ਰੁਜ਼ਗਾਰਾਂ ਦੀ ਗੱਲ ਆ, ਜਾਂ ਇਹਨਾਂ ਦੀ ਗੱਲ ਸਾਨੂੰ ਇੱਥੇ ਆਪਣੇ ਤਰੀਕੇ ਨਾਲ ਉਠਾਉਣੀ ਚਾਹੀਦੀ, ਇੱਥੇ ਕਰਨੀ ਚਾਹੀਦੀ ਆ। ਇਸ ਪਾਸੇ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਵੀ ਅਸੀਂ ਆਪਣੇ ਜਿਹੜਾ ਹੈਗਾ ਦੇਸ਼, ਕੌਮ, ਧਰਮ ਦੀ ਸੇਵਾ, ਜਿਸ ਦੇਸ਼ ਦੀ ਆਜ਼ਾਦੀ ਲਈ ਏਡਾ ਵੱਡਾ ਅਸੀਂ ਯੋਗਦਾਨ ਪਾਇਆ ਵਾ, ਉੱਥੇ ਰਹਿ ਕੇ ਆਪਣੇ ਅਸੀਂ ਹੱਕਾਂ ਦੀ ਗੱਲ ਕਰ ਰਹੇ ਹਾਂ। ਹੁਣ ਅਸੀਂ ਜਿਹੜਾ ਹੈਗਾ ਦੇਖੋ, ਗੁਰੂ ਕੇ ਕੇਸਰੀ ਨਿਸ਼ਾਨ ਸਾਹਿਬ ਗੁਰੂ ਘਰਾਂ 'ਚ ਝੁੱਲ ਰਹੇ ਆ। ਗੁਰੂ ਕੇ ਕੇਸਰੀ ਨਿਸ਼ਾਨ ਅਸੀਂ ਘਰ ਘਰ ਚਲਾ ਦਈਏ, ਸਾਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਰੁਕਾਵਟ ਨਹੀਂ ਆ।
ਪਰ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਆ ਵੀ ਅਸੀਂ ਤੁਹਾਡੀ ਹਿੱਕ ਤੇ ਝੰਡਾ ਗੱਡਣਾ ਜੀ, ਤੁਹਾਡੇ ਅਸੀਂ ਐਂ ਕਰ ਦੇਣਾ ਜੀ, ਫਿਰ ਸਾਨੂੰ ਇਹ ਪ੍ਰੋਬਲਮਾਂ ਖੜੀਆਂ ਹੁੰਦੀਆਂ ਨੇ। ਕਰਨ ਵਾਲਾ ਵੀਰ ਇੱਕ ਅੱਧਾ ਹੁੰਦਾ ਵਿਦੇਸ਼ 'ਚ ਬੈਠਾ ਹੋਇਆ ਕਰ ਦਿੰਦਾ, ਤੇ ਪ੍ਰੋਬਲਮਾਂ ਸਾਨੂੰ ਝੱਲਣੀਆਂ ਪੈਂਦੀਆਂ ਇੱਥੇ। ਦੁੱਖ ਤਕਲੀਫਾਂ ਜਿਹੜੀਆਂ ਇੱਥੇ ਦੇ ਨੌਜਵਾਨਾਂ ਨੂੰ ਦੇਖਣੀਆਂ ਪੈਂਦੀਆਂ, ਜਿਨ੍ਹਾਂ ਦੀ ਸੁਰੱਖਿਆ ਦੀ ਸਾਡੀ ਜ਼ਿੰਮੇਵਾਰੀ ਸੀ, ਉਹਨਾਂ ਨੂੰ ਸੁਰੱਖਿਆ ਦੇਣ ਦੀ ਬਜਾਏ, ਉਹਨਾਂ ਨੂੰ ਪੈਰਾਂ ਤੇ ਖੜੇ ਕਰਨ ਦੀ ਬਜਾਏ ਅਸੀਂ ਜੇਲ੍ਹਾਂ ਵੱਲ ਨੂੰ ਉਹਨਾਂ ਨੂੰ ਤੋੜ ਦਿੰਦੇ ਆ ਵੀ ਜਾਓ ਜੀ ਝੰਡਾ ਸਾੜੋ, ਤੇ ਸਾੜ ਕੇ ਮੁਕੱਦਮਾ ਪਵਾਓ ਤੇ ਜਾ ਕੇ ਜੇਲ੍ਹ 'ਚ ਆਰਾਮ ਨਾਲ ਬੈਠੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕਿਸੇ ਵੀ ਦੇਸ਼ ਦਾ ਝੰਡਾ ਤੁਸੀਂ ਦੱਸੋ, ਹੁਣ ਅਮਰੀਕਾ, ਕੈਨੇਡਾ, ਇੰਗਲੈਂਡ, ਤੁਸੀਂ ਕਿਸੇ ਵੀ ਦੇਸ਼ ਦਾ ਝੰਡਾ ਸਾੜੋਗੇ ਤੇ ਉਹ ਤੁਹਾਨੂੰ ਅੰਦਰ ਡੱਕਣਗੇ, ਤੁਹਾਨੂੰ ਸਨਮਾਨ ਥੋੜ੍ਹੀ ਦੇਣਗੇ। ਸੋ ਦੇਸ਼ ਦਾ, ਇੱਥੇ ਭਾਰਤ ਦੇਸ਼ ਦਾ ਤਿਰੰਗਾ ਝੰਡਾ ਵਾ ਭਾਰਤ ਦੇਸ਼ ਦਾ, ਤੇ ਜੇ ਤੁਸੀਂ ਸਾੜੋਗੇ ਕੋਈ ਜਾਣਾ ਤੇ ਉਹ ਫਿਰ ਅੰਦਰ ਹੀ ਮੁਕੱਦਮਾ ਦਰਜ ਕਰਕੇ ਅੰਦਰ ਹੀ ਧੱਕਣਗੇ। ਤੇ ਅਸੀਂ ਕਿਉਂ, ਮੈਂ ਤਾਂ ਨੌਜਵਾਨਾਂ ਨੂੰ ਅਪੀਲ ਕਰਨੀ ਚਾਹੁੰਦਾ, ਖਾਸ ਕਰਕੇ ਮੈਨੂੰ ਨਹੀਂ ਪਤਾ ਉਹਨਾਂ ਵੀਰਾਂ ਦਾ ਮੋਟਿਵ ਕੀ ਹੈ, ਤਾਂ ਤੁਸੀਂ ਵੱਧ ਜਾਣਦੇ ਹੋਵੋਗੇ ਜਾਂ ਉਹ ਜਾਣਦੇ ਆ। ਮੇਰਾ ਤਾਂ ਨੌਜਵਾਨਾਂ ਨੂੰ ਇਹੀ ਸੁਨੇਹਾ ਤੇ ਇਹੀ ਅਪੀਲ ਆ, ਇੱਕ ਸਿੱਖ ਸੰਸਥਾ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ, ਕਿ ਭਰਾਓ ਬਿਲਕੁਲ ਕਿਸੇ ਤਰ੍ਹਾਂ ਦੀ ਘਬਰਾਹਟ ਜਾਂ ਲਾਲਚ 'ਚ ਨਾ, ਜਾਂ ਗੁੰਮਰਾਹਕੁਨ ਪ੍ਰਚਾਰ ਭੜਕਾਟ 'ਚ ਨਾ ਆਇਓ। ਸਹੀ ਚੀਜ਼ ਜਿਹੜੀ ਆ ਉਹਨੂੰ ਦੇਖ ਕੇ ਉਸ ਪਾਸੇ ਕਦਮ ਉਠਾਓ, ਜਿਹਦੇ ਨਾਲ ਤੁਹਾਡੇ ਪਰਿਵਾਰ, ਤੁਹਾਡਾ ਦੇਸ਼, ਕੌਮ, ਧਰਮ, ਤੁਹਾਡਾ ਭਵਿੱਖ ਜਿਹੜਾ ਉਹ ਉਜਲਾ ਹੋਵੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦਾਦੂਵਾਲ ਸਾਹਿਬ, ਤੁਸੀਂ ਸਾਨੂੰ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਧੰਨਵਾਦ ਜੀ।